ਅੱਜ ਅਸੀਂ ਫਿਰ ਇੱਕ ਨਵੀਂ ਸ਼ੁਰੂਆਤ ਕਰਦੇ ਹਾਂ, ਜਿਸ ਵਿੱਚ ਅਸੀਂ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਨੂੰ ਕਵਰ ਕਰਾਂਗੇ। ਪ੍ਰੈਜ਼ੀਡੈਂਟ ਆਫ ਇੰਡੀਆ, ਜੋ ਕਿ ਭਾਰਤ ਦਾ ਪਹਿਲਾ ਨਾਗਰਿਕ ਹੁੰਦਾ ਹੈ, ਫਸਟ ਸਿਟੀਜ਼ਨ ਆਫ ਇੰਡੀਆ। ਇਹ ਆਰਟੀਕਲ 52 ਤੋਂ ਲੈ ਕੇ 78 ਤੱਕ ਡੀਲ ਕਰਦਾ ਹੈਗਾ ਕੰਸਟੀਟਿਊਸ਼ਨ, ਜਿਸ ਨੂੰ ਯੂਨੀਅਨ ਐਗਜ਼ੀਕਿਊਟਿਵ ਕਹਿੰਦੇ ਨੇ। ਯੂਨੀਅਨ ਐਗਜ਼ੀਕਿਊਟਿਵ ਦੇ ਵਿੱਚ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਐਂਡ ਕਾਊਂਸਲ ਆਫ ਮਿਨਿਸਟਰਸ ਐਂਡ ਅਟੋਰਨੀ ਜਨਰਲ ਆਫ ਇੰਡੀਆ, ਇਹ ਸਾਰੀ 52 ਤੋਂ ਲੈ ਕੇ 78 ਪਾਰਟ 5 ਦੇ ਵਿੱਚ ਆਉਂਦੇ ਨੇ। ਪ੍ਰੈਜ਼ੀਡੈਂਟ ਨੂੰ ਕਿਹਾ ਜਾਂਦਾ ਹੈਡ ਆਫ ਦਾ ਇੰਡੀਅਨ ਸਟੇਟ, ਅਤੇ ਪ੍ਰਾਈਮ ਮਿਨਿਸਟਰ ਨੂੰ ਹੈਡ ਆਫ ਦਾ ਗਵਰਨਮੈਂਟ। ਪਹਿਲਾ ਨਾਗਰਿਕ ਹੁੰਦਾ ਜੀ, ਫਸਟ ਸਿਟੀਜ਼ਨ ਆਫ ਇੰਡੀਆ। ਪ੍ਰੈਜ਼ੀਡੈਂਟ ਸਿੰਬਲ ਹੁੰਦਾ ਜੀ ਯੂਨਿਟੀ, ਇੰਟੀਗ੍ਰਿਟੀ ਐਂਡ ਸੋਲੀਡੈਰਿਟੀ ਆਫ ਦਾ ਨੇਸ਼ਨ। ਅਗਰ ਅਸੀਂ ਇਲੈਕਸ਼ਨ ਦੀ ਗੱਲ ਕਰੀਏ ਤਾਂ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਲਈ ਜੋ ਇਲੈਕਟਿਡ ਮੈਂਬਰ ਹੁੰਦੇ ਨੇ, ਬੋਥ ਆਫ ਦਾ ਹਾਊਸ, ਲੋਕ ਸਭਾ ਅਤੇ ਰਾਜ ਸਭਾ ਦੇ ਇਲੈਕਟਿਡ ਮੈਂਬਰ ਐਂਡ ਇਲੈਕਟਿਡ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਆਫ ਦਾ ਸਟੇਟ ਦੇ ਮੈਂਬਰ, ਵਿਧਾਨ ਸਭਾ ਦੇ, ਵਿਧਾਨ ਪਰਿਸ਼ਦ ਦੇ। ਉਹਦੇ ਵਿੱਚ ਇਕੱਲੇ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਪਾਰਟੀਸਪੇਟ ਕਰਦੇ ਨੇ, ਜਿਹੜੇ ਓਨਲੀ ਇਲੈਕਟਿਡ ਮੈਂਬਰ ਹੁੰਦੇ ਨੇ। ਇਸ ਤੋਂ ਬਾਅਦ ਇਲੈਕਟਿਡ ਮੈਂਬਰ ਆਫ ਦਾ ਦਿੱਲੀ ਐਂਡ ਪੈਂਡੂਚੇਰੀ, ਇਹਨਾਂ ਦੋਵਾਂ ਸਟੇਟ ਦੇ ਮੈਂਬਰ ਇਸ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰਦੇ ਨੇ। 2019 ਤੋਂ ਪਹਿਲਾਂ ਪ੍ਰੈਜ਼ੀਡੈਂਟ ਦੁਆਰਾ ਐਂਗਲੋ ਇੰਡੀਅਨ ਜਿਹੜੇ ਮੈਂਬਰ ਅਪੁਆਇੰਟ ਕੀਤੇ ਜਾਂਦੇ ਸੀ, ਜਿਨ੍ਹਾਂ ਨੂੰ 2019 ਦੇ ਵਿੱਚ 104 ਕੰਸਟੀਟਿਊਸ਼ਨਲ ਅਮੈਂਡਮੈਂਟ ਦੇ ਵਿੱਚ ਇਹ ਜਿਹੜਾ ਪ੍ਰੋਸੀਜਰ ਇਹ ਖਤਮ ਕਰ ਦਿੱਤਾ ਗਿਆ ਜੀ। ਹੁਣ ਪ੍ਰੈਜ਼ੀਡੈਂਟ ਓਨਲੀ ਰਾਜ ਸਭਾ ਦੇ ਵਿੱਚ ਜਿਹੜੇ 12 ਮੈਂਬਰ ਨੋਮੀਨੇਟ ਕਰ ਸਕਦਾ ਹੈਗਾ। ਜਿਹੜੇ ਨੋਮੀਨੇਟ ਮੈਂਬਰ ਇਹ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਨਹੀਂ ਕਰਦੇ। ਓਨਲੀ ਇਲੈਕਟਿਡ ਮੈਂਬਰ ਆਫ ਦਾ ਬੋਥ ਆਫ ਦਾ ਹਾਊਸ ਐਂਡ ਇਲੈਕਟਿਡ ਮੈਂਬਰ ਆਫ ਦਾ ਸਟੇਟ ਲੈਜਿਸਲੇਟਿਵ ਅਸੈਂਬਲੀ ਐਂਡ ਇਲੈਕਟਿਡ ਮੈਂਬਰ ਆਫ ਦਾ ਦਿੱਲੀ ਐਂਡ ਪਾਂਡੂਚੇਰੀ, ਇਹ ਸਾਰੇ ਪਾਰਟੀਸਪੇਟ ਕਰਦੇ ਨੇ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਵਿੱਚ। ਅਗਰ ਕੁਆਲੀਫਿਕੇਸ਼ਨ ਦੀ ਗੱਲ ਕਰੀਏ, ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਜੀ, ਅਤੇ ਉਸ ਦੀ ਉਮਰ 35 ਸਾਲ ਹੋਣੀ ਚਾਹੀਦੀ ਹੈ। ਉਸ ਨੂੰ ਲੋਕ ਸਭਾ ਦਾ ਮੈਂਬਰ ਬਣਦੇ ਦੇ ਲਈ ਕੁਆਲੀਫਾਈ ਕਰਨਾ ਪੈਂਦਾ, ਯਾਨੀ ਕਿ ਲੋਕ ਸਭਾ ਦੇ ਮੈਂਬਰ ਹੀ ਪ੍ਰੈਜ਼ੀਡੈਂਟ ਦੇ ਪੋਸਟ ਲਈ ਚੁਣੇ ਜਾਂਦੇ ਨੇ। ਇਸ ਤੋਂ ਇਲਾਵਾ ਉਸ ਨੂੰ ਕੋਈ ਹੀ ਸ਼ੁੱਡ ਨਾਟ ਹੋਲਡ ਐਨੀ ਆਫਿਸ ਆਫ ਪ੍ਰੋਫਿਟ। ਪ੍ਰੈਜ਼ੀਡੈਂਟ ਦੀ ਪੋਸਟ ਤੋਂ ਇਲਾਵਾ ਉਸ ਨੂੰ ਕੋਈ ਹੋਰ ਕਿਸੇ ਅਹੁਦੇ ਦੇ ਉੱਪਰ ਕੰਮ ਨਹੀਂ ਕਰਨਾ ਹੁੰਦਾ। ਜੇਕਰ ਚਾਹੇ ਉਹ ਲੋਕ ਸਭਾ ਦਾ ਮੈਂਬਰ, ਉਸ ਨੂੰ ਉਸ ਤੋਂ ਤਿਆਗ ਪੱਤਰ ਦੇਣਾ ਹੁੰਦਾ ਹੈਗਾ, ਔਰ ਵੀ ਕਿਸੇ ਵੀ ਪੋਸਟ 'ਤੇ ਕੰਮ ਕਰਦਾ ਹੋਵੇ ਤਾਂ ਉਸ ਨੂੰ ਰਿਜ਼ਾਈਨ ਦੇਣਾ ਹੁੰਦਾ ਹੈਗਾ ਬਾਕੀ ਸਾਰੀਆਂ ਪੋਸਟ ਤੋਂ। ਅਗਰ ਕਿਸੇ ਆਦਮੀ ਨੇ ਪ੍ਰੈਜ਼ੀਡੈਂਟ ਬਣਨਾ ਤਾਂ ਉਸ ਨੂੰ 50 ਪ੍ਰਪੋਜ਼ਲ ਨੋਮੀਨੇਸ਼ਨ ਦੇ ਤੌਰ 'ਤੇ ਸਾਈਨ ਕਰਾਉਣੇ ਪੈਂਦੇ ਨੇ, ਅਤੇ 50 ਸੈਕੰਡਰ ਦੇ ਤੌਰ 'ਤੇ। ਤਾਂ ਕਹਿਣ ਦਾ ਮਤਲਬ ਟੋਟਲ 100 ਬੰਦਿਆਂ ਤੋਂ ਸਾਈਨ ਕਰਾਉਣੇ ਪੈਂਦੇ ਨੇ ਅਗਰ ਉਸਨੇ ਪ੍ਰੈਜ਼ੀਡੈਂਟ ਦੀ ਪੋਸਟ ਲਈ ਚੋਣ ਕਰਨੀ ਹੈ, ਤਾਂ ਇਲੈਕਸ਼ਨ ਲੜਨਾ ਹੈ ਤਾਂ ਪ੍ਰੈਜ਼ੀਡੈਂਟ ਦਾ, ਤਾਂ ਉਸ ਨੂੰ 50 ਇਲੈਕਟਡ ਪ੍ਰਪੋਜ਼ਰ ਦੇ ਤੌਰ 'ਤੇ ਐਂਡ 50 ਸੈਕੰਡਰੀ ਤੌਰ 'ਤੇ ਇਹ ਨੋਮੀਨੇਸ਼ਨ ਫਾਰਮ ਦੇ ਉੱਪਰ ਸਾਈਨ ਕਰਾਉਣੇ ਪੈਂਦੇ ਨੇ। ਉਸ ਨੂੰ ਸਿਕਿਉਰਿਟੀ ਫੀਸ ਡਿਪੋਜ਼ਿਟ ਕਰਾਉਣੀ ਪੈਂਦੀ 15,000 ਰੁਪਇਆ ਇਨ ਦਾ ਰਿਜ਼ਰਵ ਬੈਂਕ ਆਫ ਇੰਡੀਆ। ਸਹੁੰ ਚੁੱਕ ਸਮਾਗਮ ਦੀ ਗੱਲ ਕਰੀਏ ਤਾਂ ਇਸ ਵਿੱਚ ਉਹ ਸਾਰੇ ਸਹੁੰ ਚੁੱਕਦੇ ਆ, ਚਾਹੇ ਪ੍ਰੈਜ਼ੀਡੈਂਟ ਆ, ਚਾਹੇ ਪ੍ਰਾਈਮ ਮਿਨਿਸਟਰ, ਚਾਹੇ ਕਾਊਂਸਲ ਆਫ ਮਿਨਿਸਟਰ ਦੇ ਮੈਂਬਰ ਆ, ਸਾਰਿਆਂ ਨੂੰ ਸਹੁੰ ਚੁੱਕਣੀ ਪੈਂਦੀ ਹੈ। ਤਾਂ ਪ੍ਰੈਜ਼ੀਡੈਂਟ ਨੂੰ ਵੀ ਸਹੁੰ ਚੁੱਕਣੀ ਪੈਂਦੀ ਹੈ ਆਪਣੇ ਕੰਮ ਦੇ ਲਈ, ਕਿ ਉਹ ਆਪਣਾ ਕੰਮ ਪੂਰੀ ਤਨਦੇਹੀ ਦੇ ਨਾਲ ਕਰੇਗਾ, ਔਰ ਜੋ ਕੰਸਟੀਟਿਊਸ਼ਨਲ ਪ੍ਰੋਸੀਜਰ ਆ ਉਸ ਨੂੰ ਫੋਲੋ ਕਰੇਗਾ, ਐਂਡ ਸਾਰੇ ਲੋਕਾਂ ਦੀ ਲੋਕ ਭਲਾਈ ਦੇ ਕੰਮ ਕਰੇਗਾ। ਅਗਰ ਲਿਸਟ ਦੀ ਗੱਲ ਕਰੀਏ, ਸਭ ਤੋਂ ਪਹਿਲੇ ਪ੍ਰੈਜ਼ੀਡੈਂਟ ਸੀਗੇ ਡਾਕਟਰ ਰਾਜਿੰਦਰ ਪ੍ਰਸਾਦ। ਨੈਕਸਟ ਸੈਕਿੰਡ ਵਾਰ ਫਿਰ ਬਣੇ ਡਾਕਟਰ ਰਾਜਿੰਦਰ ਪ੍ਰਸਾਦ। ਥਰਡ ਡਾਕਟਰ ਰਾਧਾ ਕ੍ਰਿਸ਼ਨਨ। ਫੋਰਥ ਡਾਕਟਰ ਜ਼ਾਕਿਰ ਹੁਸੈਨ ਐਂਡ ਫਿਫਥ ਵੀ ਗਿਰੀ ਐਂਡ ਸਿਕਸ ਫਰੂਕਦੀਨ ਅਲੀ ਅਹਿਮਦ। ਸੈਵਨਥ ਨੀਲਮ ਸੰਜੀਵਾ ਰੈਂਡੀ। 8th ਗਿਆਨੀ ਜੈਲ ਸਿੰਘ। 9th ਆਰ ਵੈਂਕਟਰਮਨ। 10th ਫਿਰ ਦੁਬਾਰਾ ਉਹਨਾਂ ਦੀ ਵੈਂਕਟਰਮਨ। 11th ਡਾਕਟਰ ਕੇ ਆਰ ਨਾਰਾਇਣ
12th डॉक्टर APJ अब्दुल कलाम, 13 मिस्टर प्रतिभा पाटिल जो कि फर्स्ट टाइम एक लेडी वुमेन प्रेजिडेंट सी। 14th डॉक्टर प्रणब मुखर्जी, 15 रामनाथ कोविंद और जो अज के समय प्रेजिडेंट ने 16वें नंबर पर द्रौपदी मुर्मू जो कि हुण काम कर रहे हैं प्रेजिडेंट की पोस्ट के उपर। ये ट्राइबल कम्यूनिटी तो बिलोंग करते हैं। हुण असीं गल करते हैं टर्म की गल करिए तो प्रेजिडेंट 5 साल के लिए चुनिया जाता है, अपनी पोस्ट तो रिज़ाइन भी कर सकता है और अपना रेजिगनेशन लैटर वो सबमिट करता है वाइस प्रेजिडेंट को। इस तो अलावा प्रोसैस ऑफ इंपीचमेंट किसी भी सदन में पेश किया जा सकता है, चाहे वो लोक सभा के मैंबर भी विच पेश किया जा सकता है, चाहे वो राज्य सभा के विच भी पेश किया जा सकता है। प्रेजिडेंट उस समय तक अपना ऑफिस होल्ड कर सकता है जदों तक नैक्सट प्रेजिडेंट उस ऑफिस विच नहीं आ जाता। इंडिया दे विच प्रेजिडेंट विच कोई लिमिट नहीं, वो कितनी बारी मर्जी चोन लड़ सकता है, पर अमेरिका दे विच एक व्यक्ति 2 बारी प्रेजिडेंट बन सकता है, 3rd बार वो नॉमीनेशन फॉर्म नहीं भर सकता प्रेजिडेंट का। अगर इंपीचमेंट की गल करिए तो इंपीचमेंट विच जेकर वो कंस्टिट्यूशन का वायलेशन करता है, हालांकि कंस्टिट्यूशन के विच वायलेशन शब्द का मीनिंग दस्या नहीं गया, किते भी नहीं दस्या गया। प्रोसैस ऑफ जो इंपीचमेंट वो कोई भी सदन लिया सकता है, चाहे लोक सभा चाहे राज्य सभा, और 14 दिनों का नोटिस देना पैंदा हैगा प्रेजिडेंट नूं। अगर उसके उपर इंपीचमेंट प्रोसैस चलाना हो तो 14 दिन पहला प्रेजिडेंट नूं दसना पवेगा, और उस इंपीचमेंट प्रोसैस के विच 1/4 मैंबर ऑफ द हाउस के साइन होने जरूरी ने। जेकर वो इंपीचमेंट प्रोसैस पास हो जाता है तो राष्ट्रपति नूं अपने अहुदे तो त्याग देना पैंदा जी। हुण असीं गल करते हैं पावर ऑफ द प्रेजिडेंट। सब तो पहलां करते हैं जी गल एग्जीक्यूटिव पावर। भारत का प्रेजिडेंट ही ये डिकलेयर कर सकता कि किस एरिया नूं शेड्यूल एरिया किया जाए। सारे एग्जीक्यूटिव एक्शन दे विच जिहड़ा मैंशन हुंदा नेम वो प्रेजिडेंट का हुंदा जी। उस दे नेम तो बिना कोई भी कारज ਜਾਂ कोई भी डॉक्यूमेंट साइन उस दे साइन तो बिना अधूरा ही रहिंदा जी। इस तो अलावा प्रेजिडेंट प्राइम मिनिस्टर अपॉइंट करता जी। इस तो अलावा अटॉर्नी जनरल ऑफ इंडिया, चीफ इलैक्शन कमिश्नर एंड द चेयरमैन ऑफ द मैंबर ऑफ द यूनियन पब्लिक सर्विस कमीशन, गवर्नर ऑफ स्टेट, चेयरमैन ऑफ फाइनैंस कमीशन, इन्हां सारिਆਂ ਦੀ नियुक्ति प्रेजिडेंट द्वारा की जाती है जी। हुण असीं गल करते हैं लैगिसलेटिव पावर। प्रेजिडेंट के कोल ये पावर है कि वो लोक सभा के सदन को भंग कर सकता है जी, समन कर सकता है, प्रोरोग कर सकता है, डिजोल्व कर सकता है। प्रेजिडेंट फस्ट सैशन के विच एड्रैस करता है जी, कहना मतलब इलैक्शन होने तो बाद जो फस्ट सैशन के विच प्रेजिडेंट अपना जो कह लो भाषण दिंदा है जी। इस तो अलावा राज्य सभा के 12 मैंबरस नूं नॉमीनेट करता है। 2019 तो पहला एंगलो इंडियन कम्यूनिटी के 2 मैंबर नूं नॉमीनेट करता सी, बट वो 2019 तो बाद 104 कंस्टिट्यूशनल अमेंडमेंट के अकॉर्डिंग 2019 के विच खत्म कर दिता गया जी। हुण प्रेजिडेंट केवल राज्य सभा के विच 12 मैंबर नॉमीनेट करता है। इस तो अलावा प्रेजिडेंट किसी भी कैदी की सज़ा नूं माफ़ कर सकता है, घट कर सकता है ਜਾਂ सस्पेंड कर सकता है जी। कोई भी बिल पेश करने तो पहला उसके सिग्नेचर होने जरूरी ने, स्पैशली फॉर अ मनी बिल उसकी सहमति तो बिना किसी भी सदन में पेश नहीं हो सकता। जो कोई भी बिल प्रेजिडेंट के कोल पेश किया जाता है तो वो अपना एसेट गिव हिज एसेंट वो अपना पक्ष दे सकता है, विद होल्ड हिज एसेंट अपनी उस बिल नूं अपने कोल रख सकता है, ना ही उसके उपर साइन करता है, ना ही उसनूं रिकनसाइडरेशन वास्ते भेजता है, तो उसनूं कहते हैं विद होल्ड एसेंट, जां वो रिटर्न कर दिंदा बिल नूं फॉर रिकनसाइडरेशन दे लई। अगर दोबारा रिकनसाइडरेशन बिल नूं दोबारा जेकर कोई भी
ਇਹ ਲੋਕ ਸਭਾ ਜਾਂ ਰਾਜ ਸਭਾ ਪੇਸ਼ ਕਰ ਦਿੰਦੇ ਆ ਤਾਂ ਉਸ ਨੂੰ ਆਪਣੀ ਪ੍ਰਵਾਨਗੀ ਦੇਣੀ ਪੈਂਦੀ ਹੈ। ਅਗਰ ਹੁਣ ਅਸੀਂ ਗੱਲ ਕਰਦੇ ਹਾਂ ਫਾਈਨੈਂਸ਼ੀਅਲ ਪਾਵਰ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਮਨੀ ਬਿੱਲ ਪ੍ਰੈਜ਼ੀਡੈਂਟ ਦੀ ਪ੍ਰਾਇਰ ਰੈਕਮੈਂਡੇਸ਼ਨ ਦੇ ਬਿਨਾਂ ਸਦਨ ਦੇ ਵਿੱਚ ਪੇਸ਼ ਹੀ ਨਹੀਂ ਹੋ ਸਕਦਾ। ਕੋਈ ਵੀ ਗ੍ਰਾਂਟ ਉਸ ਦੀ ਰੈਕਮੈਂਡੇਸ਼ਨ ਦੇ ਬਿਨਾਂ ਨਹੀਂ ਆ ਸਕਦੀ। ਔਰ ਅਨਫੋਰਸੀਨ ਐਕਸਪੈਂਡੀਚਰ ਕਿਹਦੇ ਅੰਡਰ ਆਉਂਦੇ ਆ ਜੀ? ਪ੍ਰੈਜ਼ੀਡੈਂਟ ਦੇ ਅੰਡਰ ਆਉਂਦੇ ਆ ਜੀ। ਇਸ ਤੋਂ ਇਲਾਵਾ ਪ੍ਰੈਜ਼ੀਡੈਂਟ ਅਪੁਆਇੰਟ ਕਰਦਾ ਜੀ ਫਾਈਨੈਂਸ ਕਮਿਸ਼ਨ ਦੇ ਚੇਅਰਮੈਨ ਨੂੰ। ਪ੍ਰੈਜ਼ੀਡੈਂਟ ਡਿਸਟਰੀਬਿਊਸ਼ਨ ਕਰਦਾ ਹੈ ਸੈਂਟਰ ਐਂਡ ਸਟੇਟ ਰੈਵਨਿਊ ਦੀ। ਹੁਣ ਅਸੀਂ ਗੱਲ ਕਰਦੇ ਹਾਂ ਜੁਡੀਸ਼ੀਅਲ ਪਾਵਰ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਪ੍ਰੈਜ਼ੀਡੈਂਟ ਕਿਸੇ ਵੀ ਕੈਦੀ ਦੀ ਸਜ਼ਾ ਨੂੰ ਮਾफ़ ਕਰ ਸਕਦਾ ਜੀ, ਘੱਟ ਕਰ ਸਕਦਾ ਹੈ। ਹਾਲਾਂਕਿ ਰਾਜਪਾਲ ਦੇ ਕੋਲ ਵੀ ਸਜ਼ਾ ਮਾफ़ ਕਰਨ ਦੀਆਂ ਸ਼ਕਤੀਆਂ ਹੁੰਦੀਆਂ, ਬਟ ਰਾਜਪਾਲ ਕਿਸੇ ਵੀ ਕੈਦੀ ਦੀ ਜਿਹੜੀ ਫਾਂਸੀ ਦੀ ਸਜ਼ਾ ਮਾफ़ ਨਹੀਂ ਕਰ ਸਕਦਾ, ਬਟ ਪ੍ਰੈਜ਼ੀਡੈਂਟ ਦੇ ਕੋਲ ਇਹ ਪਾਵਰ ਹੈ ਕਿ ਉਹ ਫਾਂਸੀ ਦੀ ਸਜ਼ਾ ਨੂੰ ਵੀ ਰੋਕ ਸਕਦਾ ਜੀ। ਇਸ ਤੋਂ ਇਲਾਵਾ ਪ੍ਰੈਜ਼ੀਡੈਂਟ ਅਪੁਆਇੰਟ ਕਰਦਾ ਜੀ ਸੁਪਰੀਮ ਕੋਰਟ ਦੇ ਜੱਜ ਔਰ ਹਾਈ ਕੋਰਟ ਦੇ ਜੱਜਾਂ ਨੂੰ ਅਪੁਆਇੰਟ ਕਰਦਾ। ਇਸ ਤੋਂ ਇਲਾਵਾ ਪ੍ਰੈਜ਼ੀਡੈਂਟ ਦੇ ਕੋਲ ਇਹ ਪਾਵਰ ਹੈ ਕਿ ਉਹ ਕਿਸੇ ਵੀ ਲਾਅ ਦੇ ਲਈ ਕੰਸਲਟੇਟ ਕਰ ਸਕਦਾ ਹੈ ਸੁਪਰੀਮ ਕੋਰਟ ਦੇ ਨਾਲ, ਉਹਨਾਂ ਦੀ ਰਾਏ ਲੈ ਸਕਦਾ ਹੈ, ਬਟ ਉਸ ਰਾਏ ਨੂੰ ਮੰਨਣਾ ਪ੍ਰੈਜ਼ੀਡੈਂਟ ਦੀ ਮਰਜ਼ੀ ਹੈ ਜੀ। ਅੱਗੇ ਡਿਪਲੋਮੈਟਿਕ ਪਾਵਰ ਦੇ ਵਿੱਚ ਪ੍ਰੈਜ਼ੀਡੈਂਟ ਦੁਆਰਾ ਹੀ ਜਿਹੜੇ ਡਿਪਲੋਮੈਟਸ ਜਾਂ ਅੰਬੈਸਡਰ ਜਾਂ ਹਾਈ ਕਮਿਸ਼ਨਰ ਕਿਸੇ ਵੀ ਦੂਜੇ ਮੁਲਕਾਂ ਦੇ ਵਿੱਚ ਭੇਜੇ ਜਾਂਦੇ ਨੇ। ਕੋਈ ਵੀ ਇੰਟਰਨੈਸ਼ਨਲ ਐਗਰੀਮੈਂਟ ਲੈ ਕੇ ਆਉਣਾ ਹੋਵੇ ਜਾਂ ਟ੍ਰੀਟੀ ਦੇ ਉੱਪਰ ਸਾਈਨ, ਤਾਂ ਉਹ ਪ੍ਰੈਜ਼ੀਡੈਂਟ ਹੀ ਕਰਦਾ ਜੀ। ਇਸ ਤੋਂ ਇਲਾਵਾ ਮਿਲਟਰੀ ਪਾਵਰ ਦੀ ਗੱਲ ਕਰੀਏ ਤਾਂ ਇਹ ਸੁਪਰੀਮ ਕਮਾਂਡਰ ਹੁੰਦਾ ਜੀ ਸਾਰੀਆਂ ਫੋਰਸਿਸ ਦਾ, ਚਾਹੇ ਉਹ ਏਅਰ ਫੋਰਸਿਸ, ਚਾਹੇ ਉਹ ਨੇਵੀ, ਚਾਹੇ ਉਹ ਆਰਮੀ। ਔਰ ਕਿਸੇ ਵੀ ਦੇਸ਼ ਦੇ ਖਿਲਾਫ ਯੁੱਧ ਦੇ ਡਿਕਲੇਅਰ ਕਰਨਾ ਉਹ ਵੀ ਪ੍ਰੈਜ਼ੀਡੈਂਟ ਕਰਦਾ, ਔਰ ਪੀਸ ਦਾ ਕੋਈ ਐਗਰੀਮੈਂਟ ਕਰਨਾ ਉਹ ਵੀ ਪ੍ਰੈਜ਼ੀਡੈਂਟ ਕਰਦਾ ਜੀ। ਇਸ ਤੋਂ ਇਲਾਵਾ ਐਮਰਜੈਂਸੀ ਪਾਵਰ ਦੀ ਗੱਲ ਕਰੀਏ ਤਾਂ ਇਹਦੇ ਕੋਲ 3 ਪਾਵਰ ਹੁੰਦੀਆਂ ਜੀ। ਨੈਸ਼ਨਲ ਐਮਰਜੈਂਸੀ 352, ਪ੍ਰੈਜ਼ੀਡੈਂਟ ਰੂਲ 356 ਐਂਡ ਫਾਈਨੈਂਸ਼ੀਅਲ ਐਮਰਜੈਂਸੀ 360। ਫਾਈਨੈਂਸ਼ੀਅਲ ਐਮਰਜੈਂਸੀ ਅੱਜ ਤੱਕ ਨਹੀਂ ਲੱਗੀ ਜੀ। ਅਤੇ ਪ੍ਰੈਜ਼ੀਡੈਂਟ ਰੂਲ ਵੀ ਬਹੁਤ ਵਾਰ ਜਿਵੇਂ ਪੰਜਾਬ ਦੇ ਵਿੱਚ ਵੀ ਲੱਗ ਚੁੱਕਿਆ, ਹੋਰ ਗੁਜਰਾਤ ਵਿੱਚ ਵੀ ਲੱਗ ਚੁੱਕਿਆ ਜੀ, ਬਹੁਤ ਸਟੇਟਾਂ 'ਚ ਜੰਮੂ ਕਸ਼ਮੀਰ 'ਚ ਲੱਗ ਚੁੱਕਿਆ। ਨੈਸ਼ਨਲ ਐਮਰਜੈਂਸੀ ਵੀ ਲੱਗ ਚੁੱਕੀ ਹੈ ਜੀ, ਬਟ ਫਾਈਨੈਂਸ਼ੀਅਲ ਐਮਰਜੈਂਸੀ ਅੱਜ ਤੱਕ ਕਿਸੇ ਵੀ ਸਟੇਟ ਵਿੱਚ ਨਹੀਂ ਲੱਗੀ। ਜਿਵੇਂ ਆਪਾਂ ਉੱਪਰ ਗੱਲ ਕੀਤੀ ਪਾਰਡੋਨਿੰਗ ਪਾਵਰ ਦੀ, ਦੇ ਵਿੱਚ ਪ੍ਰੈਜ਼ੀਡੈਂਟ ਕਿਸੇ ਵੀ ਮੁਜਰਿਮ ਦੀ ਸਜ਼ਾ ਨੂੰ ਮਾफ़ ਕਰ ਸਕਦਾ ਜੀ। ਸੈਕੰਡ, ਕਮਿਊਟੇਸ਼ਨ, ਪ੍ਰੈਜ਼ੀਡੈਂਟ ਦੁਆਰਾ ਕਿਸੇ ਵੀ ਪਨਿਸ਼ਮੈਂਟ ਨੂੰ ਲਾਈਟਰ ਫਾਰਮ ਦੇ ਵਿੱਚ ਕਹਿਣ ਦਾ ਮਤਲਬ ਘੱਟ ਕੀਤਾ ਜਾ ਸਕਦਾ ਹੈ, ਘਟਾਇਆ। ਰਿਸਪਾਈਟ ਦੇ ਵਿੱਚ ਡਿਸੇਬਲ ਪਰਸਨ ਔਰ ਪ੍ਰੈਗਨੈਂਟ ਵੂਮਨ ਦੀ ਸਜ਼ਾ ਨੂੰ ਘੱਟ ਕੀਤਾ ਜਾ ਸਕਦਾ ਹੈ। ਰਿਪਰਾਈਵ ਦੇ ਵਿੱਚ ਪ੍ਰੈਜ਼ੀਡੈਂਟ ਦੁਆਰਾ ਕਿਸੇ ਵੀ ਮੁਜਰਮ ਦੀ ਸਜ਼ਾ ਦੇ ਉੱਪਰ ਸਟੇ ਲਿਆ ਜਾ ਸਕਦਾ ਜੀ। ਸਟੇ ਦੇ ਅਕੋਰਡਿੰਗ ਉਸ ਦੀ ਜਿਹੜੀ ਸਜ਼ਾ ਨੂੰ ਅੱਗੇ ਕਰ ਦਿੱਤਾ ਜਾਂਦਾ ਜੀ, ਪੋਸਟਪੋਨ ਕਰ ਦਿੱਤਾ ਜਾਂਦਾ। ਰੈਮਿਸ਼ਨ ਦੇ ਵਿੱਚ ਪ੍ਰੈਜ਼ੀਡੈਂਟ ਕਿਸੇ ਦੀ ਸਜ਼ਾ ਨੂੰ ਮਾफ़ ਕਰ ਸਕਦਾ ਹੈ ਵਿਦਾਊਟ ਚੇਂਜਿੰਗ ਇਟਸ ਕਰੈਕਟਰ। ਐਬਸੋਲਿਊਟ ਵੀਟੋ ਦੇ ਵਿੱਚ ਪ੍ਰੈਜ਼ੀਡੈਂਟ ਕਿਸੇ ਵੀ ਬਿੱਲ ਨੂੰ ਆਪਣੇ ਕੋਲ ਹੋਲਡ ਰੱਖ ਸਕਦਾ ਜੀ, ਟੂ ਵਿਦ ਹੋਲਡ ਹਿਜ਼ ਐਸੈਂਟ। ਨਾ ਤਾਂ ਉਹ ਦੁਬਾਰਾ ਰੀਕਨਸਾਈਡਰੇਸ਼ਨ ਦੇ ਲਈ ਬਿੱਲ ਨੂੰ ਭੇਜਦਾ। ਪੈਨਸ਼ਨ ਵੀਟੋ, ਇਸ ਵਿੱਚ ਪ੍ਰੈਜ਼ੀਡੈਂਟ ਉਸ ਜੇਕਰ ਲੋਕ ਸਭਾ ਔਰ ਰਾਜ ਸਭਾ ਨੇ ਬਿੱਲ ਨੂੰ ਪ੍ਰੈਜ਼ੀਡੈਂਟ ਦੇ ਕੋਲ ਸਾਈਨ ਦੇ ਲਈ ਭੇਜਿਆ, ਪ੍ਰੈਜ਼ੀਡੈਂਟ ਰੀਕਨਸਾਈਡਰੇਸ਼ਨ ਦੇ ਲਈ ਦੁਬਾਰਾ ਲੋਕ ਸਭਾ ਜਾਂ ਰਾਜ ਸਭਾ ਨੂੰ ਦੁਬਾਰਾ ਬਿੱਲ ਭੇਜ ਦਿੰਦਾ ਹੈਗਾ ਜੀ। ਅਗਰ ਲੋਕ ਸਭਾ ਔਰ ਰਾਜ ਸਭਾ ਦੁਬਾਰਾ ਉਸ ਨੂੰ ਫਿਰ ਬਿੱਲ ਨੂੰ ਪਾਸ ਕਰ ਦਿੰਦੇ ਆ ਔਰ ਦੁਬਾਰਾ ਪ੍ਰੈਜ਼ੀਡੈਂਟ ਦੇ ਸਾਈਨ ਦੇ ਲਈ ਭੇਜ ਦਿੰਦੇ ਆ, ਤਾਂ ਪ੍ਰੈਜ਼ੀਡੈਂਟ ਨੂੰ ਕੰਪਲਸਰੀ ਹੋ ਜਾਂਦਾ ਉਸ ਦੇ ਉੱਪਰ ਸਾਈਨ ਕਰਨਾ। ਔਰ ਇਸ ਤੋਂ ਇਲਾਵਾ ਪੋਕਟ ਵੀਟੋ, ਪੋਕਟ ਵੀਟੋ ਦੇ ਵਿੱਚ ਕੀ ਹੁੰਦਾ ਹੈ ਕਿ ਨਾ ਤਾਂ ਪ੍ਰੈਜ਼ੀਡੈਂਟ ਦੁਆਰਾ ਸਾਈਨ ਕੀਤੇ ਜਾਂਦੇ ਆ ਔਰ ਨਾ ਹੀ ਰੀਕਨਸਾਈਡਰੇਸ਼ਨ ਦੇ ਲਈ ਭੇਜਿਆ ਜਾਂਦਾ ਹੈ ਬਿੱਲ ਨੂੰ, ਤਾਂ ਉਹ ਆਪਣੇ ਕੋਲ ਹੀ ਰੱਖ ਲੈਂਦਾ ਬਿੱਲ ਨੂੰ, ਨਾ ਉਸ ਦੇ ਉੱਪਰ ਕੋਈ ਸਾਈਨ ਔਰ ਨਾ ਹੀ ਉਸ ਨੂੰ ਦੁਬਾਰਾ ਰੀਕਨਸਾਈਡਰੇਸ਼ਨ ਦੇ ਲਈ ਭੇਜਦਾ। ਤਾਂ ਇਸ ਨੂੰ ਕਹਿੰਦੇ ਨੇ ਪੋਕਟ ਵੀਟੋ। ਪੋਕਟ ਵੀਟੋ ਦਾ ਫਸਟ ਵਾਰੀ ਯੂਜ਼ ਕੀਤਾ ਗਿਆ ਗਿਆਨੀ ਜੈਲ ਸਿੰਘ ਦੁਆਰਾ। ਉਹਨਾਂ ਨੇ
ਪੋਸਟ ਆਫਿਸ ਬਿੱਲ ਨੂੰ ਆਪਣੇ ਕੋਲ ਰੱਖ ਲਿਆ ਸੀਗਾ। ਅੱਜ ਦਾ ਲੈਕਚਰ ਖਤਮ ਹੁੰਦਾ ਜੀ। ਇਹ ਫਿਰ ਮਿਲਾਂਗੇ ਦੁਬਾਰਾ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।